बिस्मिल्लाहिर्रहमानिर्रहीम अस्सलाम वालेकुम नाजरीन, मैं हूँ जहांगीर याद। आप देख रहे हैं बोल्ड न्यूज़ 42। नाजरीन, इस वक्त मैं लाहौर के कुर्ब जवार में मौजूद हूँ। यहाँ पे जो दही इलाके हैं वहाँ पे जो गंदम की कटाई है उसका काम तकरीबन मुकम्मल हो चुका हुआ है। नाजरीन, गंदम हमारे इंडिजिनस प्रोडक्ट है, हमारे मुल्क का ये जो है अपना सोना है। यहाँ पे इसको बोया जाता है और इसके बाद ये जो सोना है ज़मीन उगलती है हमारी। और नाजरीन, उसके बावजूद हम जो है आटे जैसी नेमत जो है उससे महरूम रह जाते हैं। और ये आटा जब मतलब नहीं मिलता तो इसकी कीमतें जो हैं वो आसमान से बातें करती हैं। बहुत ही दुख की और अफसोस की बात है कि इस वक्त पाकिस्तान के अंदर आटा जो है उसका 1 किलो जो है 160 रुपये का मिल रहा है। नाजरीन, ये ना तो कोई प्रोडक्ट ऐसी है जिसको हम इंपोर्ट करते हैं, ना ही ये ऐसी प्रोडक्ट है जिसकी हमारे मुल्क के अंदर कमी हो, लेकिन इसके बावजूद भी किल्लत रहती है। और आटे का जो है हमेशा से जो है आटे के ऊपर बात और बहस होती रहती है कि आखिर ये आटा हमारा किधर जाता है। किसान दिन भर मेहनत करते हैं, साल भर इसकी अपना अफजाइश नस्ल जो है वो करते हैं, उसके बावजूद ना तो किसान को कुछ मिलता है और ना ही यहाँ पर जो आवाम है उनके हाथ में ये चीज़, आखिर ये गंदम कहाँ पर जाती है। और दूसरी बात ये है कि ये किसान वो किसान है जो ग्रास रूट लेवल के किसान है। ये हमें ये भी बताएंगे कि हमारी जो पर एकड़ जो पैदावार है वो हमारे जो अपना मशरकी पंजाब है, इंडियन पंजाब है, उससे कम क्यों है। इसी के साथ साथ बहुत सारे ऐसे मतलब ममालिक है जहाँ पे पर एकड़ जो अपना पैदावार है वो पाकिस्तान से कई गुना ज़्यादा। उसकी क्या वजह है और किसानों को कौन कौन सी सहूलियात जो हैं वो मिलनी चाहिए और जो कि इनको नहीं मिली हुई और जिसकी वजह से पैदावार जो है वो मुतासर होती है। हमारे साथ मौजूद हैं, हम बात करते हैं। अस्सलाम वालेकुम जनाब, की हाल चाल है ਤੁਹਾਡਾ? ਅੱਲਾਹ ਦਾ ਸ਼ੁਕਰ ਹੈ। गंदम ਤੁਸੀਂ ਕਟਾਈ ਕਰ ਲਈ ਹੈ? ਕਟਾਈ ਕਰ ਲਈ ਜੀ ਗੰਦਮ ਦੀ। अच्छा ਗੰਦਮ ਦੀ ਕਟਾਈ ਕਰ ਰਹੀ ਹੈ, ਖਰਚਾ ਬਹੁਤ ਹੋ ਰਿਹਾ ਹੈ, अच्छा ਖਾਦ ਵੀ ਬੜੀ ਮਹਿੰਗੀ ਹੈ, हाँ हाँ ਬਹੁਤ ਮਹਿੰਗਾਈ ਹੈ, ਇੰਨਾ ਮੁੱਲ ਨਹੀਂਗਾ, ਸਾਨੂੰ ਜਿਹੜੀ ਉਹਦੀ ਮਿਹਨਤ ਨਹੀਂ ਮਿਲਦੀ ਪੂਰੀ। अच्छा ਫਿਰ ਆਟਾ ਜਿਹੜਾ ਇਹਦੀ ਬੜੀ ਕਿੱਲਤ ਹੈ, ਫਿਰ ਜਿਹੜੀ ਇਹ ਗੰਦਮ ਇਹਦਾ ਖਰਚਾ ਬੜਾ ਹੈ, ਮਹਿੰਗਾਈ ਬਹੁਤ ਹੈ। अच्छा ਖਾਦ ਬਹੁਤ ਮਹਿੰਗੀ ਹੈ, ਅਸੀਂ ਬਹੁਤ ਆਵਾਜ਼ਾਰ ਹਾਂ, ਮਜਬੂਰ ਹਾਂ ਇਸ ਗੱਲ ਤੋਂ ਕਿ ਖਾਦ ਵੀ ਬੜੀ ਮਹਿੰਗੀ ਹੈ। अच्छा अच्छा ਇਹ ਜਿਨਸੋਂ ਵੀ ਬੜੀਆਂ ਮਹਿੰਗੀਆਂ, ਜਿੰਸਾਂ ਜੇਨਸ ਜਿਹੜੀ ਹੁੰਦੀ ਹੈ ਹਾਂ। ਜਿਹੜੀਆਂ ਦੀਆਂ ਕਿਸਮਾਂ ਨੇ ਮੁxtਲਫ, ਕਿਸਮਾਂ ਬੜੀਆਂ ਇਹਦੀਆਂ ਮਹਿੰਗੀਆਂ ਨੇ। ਇਸ ਟਾਈਮ ਕਿਹੜੀ ਕਿਸਮ ਇਹੋ ਜਿਹੀ ਹੈ ਕਿ ਜਿਹੜੀ ਮਤਲਬ ਬੜੀ ਅੱਛੀ ਹੋਵੇ ਤੇ ਉਹ ਬੀਜੀ ਜਾਏ ਤੇ ਗੰਦਮ ਦੀ ਜਿਹੜੀ ਪੈਦਾਵਾਰ ਹੈ ਉਹ ਪਰ ਏਕੜ ਵਧੇ? ਇਹ ਗੰਦਮ ਦੀ ਜਿਹੜੀ ਨਾ ਉਹ ਪੈਦਾਵਾਰ ਇੱਧਰ ਜ਼ਿਆਦੀ ਨਹੀਂ ਹੈ, ਘੱਟ ਹੈ। ਤੇ ਜਿਹੜਾ ਨਾ ਯੂਰੀਆ ਉਹ ਵੀ ਬੜਾ ਮਹਿੰਗਾ ਹੈ, ਜਿਹੜਾ ਇਹਦੇ ਥੱਲੇ ਪਾਉਣੇ ਉਹ ਵੀ ਬੜਾ ਮਹਿੰਗਾ ਹੈ, ਡੀਏ ਵੀ ਬੜਾ ਮਹਿੰਗਾ ਹੈ। ਤੇ ਉਹ ਜਿਹੜੇ ਜ਼ਿਮੀਂਦਾਰ ਨੇ ਉਹ ਬਹੁਤ ਮਜਬੂਰ ਨੇ। ਅੱਛਾ ਅੱਛਾ, ਬਹੁਤ ਪ੍ਰੋਬਲਮ ਹੈ ਉਹਨਾਂ ਨੂੰ। ਅੱਛਾ, ਇਹ ਦੱਸੋ ਇਹ ਜਿਹੜੀ ਸਾਡੀ ਪਰ ਏਕੜ ਪੈਦਾਵਾਰ ਹੈ ਕਿਵੇਂ ਵੱਧ ਸਕਦੀ? ਇਹ ਵਾਸਾ ਹੁਣ ਕਿੰਨੀ ਹੈ? ਹੁਣ ਹੈਗੀ ਹੈ ਕੋਈ ਖਾਦਾਂ ਸਸਤੀਆਂ ਹੋਣ ਆਪੇ ਪੈਦਾਵਾਰ ਵੱਧ ਜੇ 30 ਮਣ ਜਾਂ 25 ਮਣ ਕਿੱਲੇ ਦੀ ਝਾੜਦੀ ਪਈ। ਅੱਛਾ ਅੱਛਾ, ਜੇ ਯੂਰੀਆ ਸਸਤਾ ਹੋਵੇ ਜਾਂ ਡੀਏ ਵੀ ਸਸਤਾ ਹੋਵੇ, ਉਹ ਥੱਲੇ ਪਵੇ, ਫਿਰ ਹਰ ਫਸਲ ਦੇ ਥੱਲੇ ਪਵੇ ਤੇ ਫਿਰ ਕੋਈ ਪੈਦਾਵਾਰ ਜਿਹੜੀ ਜ਼ਿਆਦੀ ਹੋ ਸਕਦੀ। ਅੱਛਾ, ਨਹੀਂ ਤਾਂ ਜ਼ਿਮੀਂਦਾਰ ਤਾਂ ਭੁੱਖੇ ਮਰਨ ਦਾ ਫਸਲ ਇੰਨੀ ਹੁੰਦੀ ਨਹੀਂਗੀ। ਮਹਿੰਗਾਈ ਬਹੁਤ ਹੈ, ਖਰਚਾ ਜ਼ਿਆਦਾ ਹੈ। ਖਰਚਾ ਬਹੁਤ, ਇੱਕ ਕਿੱਲੇ ਦੇ 25-30 ਹਜ਼ਾਰ ਰੁਪਇਆ, 30-35 ਹਜ਼ਾਰ ਖਰਚਾ ਆਉਂਦਾ ਹੈ। ਅੱਛਾ, ਉਹਦੇ ਵਿੱਚੋਂ ਉਸ ਕੀ ਕਰਨੀ ਹੈ 40-50 ਹਜ਼ਾਰ ਰੁਪਇਆ ਠੇਕਾ। ਅੱਛਾ, ਤੁਹਾਡੇ ਖਿਆਲ ਦੇ ਵਿੱਚ ਹੁਣ ਜਿਹੜਾ ਆਟਾ 160 ਰੁਪਏ ਮਿਲਦਾ ਪਿਆ ਹੈ, ਇਹ ਤੁਹਾਡਾ ਕੀ ਖਿਆਲ ਹੈ ਕਿ ਆਟੇ ਦੀ ਇੰਨੀ ਮਤਲਬ ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਇਹਨੂੰ ਬੀਜਦੇ ਹੋ, ਸਾਰਾ ਕੁਝ ਕਰਦੇ ਹੋ, ਤੇ ਇਹ ਕਿੰਨੇ ਦਾ ਕਿਲੋ ਆਟਾ ਮਿਲਣਾ ਚਾਹੀਦਾ ਇੱਥੇ ਪਾਕਿਸਤਾਨ ਦੇ ਵਿੱਚ? ਅਸੀਂ ਇਹਨੇ ਵੀ 2 ਆਖਰ ਤੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਅੰਦਰ ਹੀ ਗੰਦਮ ਉਗਦੀ ਹੈ ਨਾ। ਪਾਕਿਸਤਾਨ ਦੇ ਵਿੱਚ ਜਿਹੜਾ ਨਾ ਦਾ ਆਟਾ ਹੀ ਮਿਲਦਾ ਤੇ ਨਾ ਗੰਦਮ ਹੀ ਮਿਲਦੀ ਹੈ। ਨਹੀਂ, ਤੁਸੀਂ ਇੰਨੀ ਮਿਹਨਤ ਕਰਦੇ ਹੋ ਜੇ ਬਾਵਜੂਦ ਆਟਾ ਨਹੀਂ ਲੋਕਾਂ ਨੂੰ ਲੱਭਦਾ। ਲੋਕੀ ਆਟਾ ਆਪਣਾ ਲੈਣਾ 'ਚ ਲੱਗ ਕੇ ਲੈਂਦੇ ਪਏ ਨੇ, ਉਹਦੇ ਬਾਅਦ ਉੱਥੇ ਕਈ ਲੋਕਾਂ ਦੀਆਂ ਮੌਤ ਹੋ ਜਾਂਦੀਆਂ, ਲੋਕੀ ਮਰ ਜਾਂਦੇ ਨੇ ਆਟੇ ਦੇ ਪਿੱਛੇ। ਤੇ ਇਹ ਤੁਸੀਂ ਦੱਸੋ ਕਿ ਇਹ ਮਤਲਬ ਕਾਲ ਪੈ ਗਿਆ ਹੈ। ਇੱਕ ਤਰਫ ਤੇ ਤੁਸੀਂ ਦੇਖੋ ਨਾ ਮਨਾਂ ਟਨਾਂ ਦੇ ਹਿਸਾਬ ਨਾਲ ਗੰਦਮ ਵੱਢੀ ਇੱਥੇ ਮਿਲਦਾ ਹੈ, ਆਟਾ ਮਿਲਦਾ ਹੀ ਨਹੀਂ। ਆਟਾ ਜਿਹੜਾ ਮੁੱਲ ਹੈ ਉਹ ਵੀ ਨਹੀਂ ਮਿਲਦਾ। 1600 ਦਾ 10 ਕਿਲੋ ਆਟਾ ਮਿਲ ਰਿਹਾ। ਕਣਕ ਪਤਾ ਨਹੀਂ ਕਿੱਧਰ ਸੁੱਟੀ ਜਾਂਦੀ। 16 ਕਣਕ ਸਾਡੀ ਬਾਹਰ ਲੱਗੀ ਜਾਂਦੀ, ਬਾਹਰ ਦੇ ਮੁਲਕਾਂ 'ਚ ਲੱਗੀ ਜਾਂਦੀ ਹੈ ਥੈਲੇ ਭਰ ਕੇ। ਮਤਲਬ ਤੁਹਾਨੂੰ ਲੱਗਦਾ ਵੇ ਕਿ ਬਈ ਹੈ, ਤੁਹਾਨੂੰ ਇਹ ਲੱਗਦਾ ਵੇ ਕਿ ਜਨਾਬ ਤੁਸੀਂ ਗੰਦਮ ਵਾਫਰ ਮਕਦਾਰ 'ਚ ਪੈਦਾ ਕਰਦੇ ਹੋ, ਇਹ ਗੰਦਮ ਇਸ ਮੁਲਕ ਦੇ ਲੋਕਾਂ ਦੇ ਵਾਸਤੇ ਜਿਹੜੀ ਨਾ
ਉਹ ਨਹੀਂ ਬਲਕਿ ਇੱਥੋਂ ਬਾਹਰ ਸੁੱਟੀ ਬਾਹਰ ਭੇਜੀ ਚਲੀ ਜਾਂਦੀ। ਬਾਹਰ ਦੇ ਮੁਲਕ ਕਿਸ ਤਰ੍ਹਾਂ ਐਕਸਪੋਰਟ ਹੋ ਜਾਂਦੀ ਜਾਂ ਸਮਗਲ ਹੋ ਜਾਂਦੀ? ਸਮਾਗਰ ਹੋ ਜਾਂਦੀ ਕਿ ਮਤਲਬ ਜਾ ਕੇ ਪੈਸਾ ਲੈਂਦੇ ਨੇ ਉਹਨਾਂ ਮੁਲਕਾਂ ਤੋਂ ਪੈਸਾ ਲੈ ਕੇ ਤੇ ਇਧਰੋਂ ਲੈ ਜਾਂਦੇ ਨੇ, ਇਧਰ ਫਿਰ ਆਟਾ ਪੀ ਕੇ ਵੇਚ, ਉਹ ਖਾਣ ਤੇ ਵੀ ਦਿਲ ਨਹੀਂ ਕਰਦਾ। ਆਟਾ ਜਿਹੜਾ ਦਿੰਦੇ ਨੇ 1600 ਦਾ 10 ਕਿਲੋ ਆਟਾ ਦਿੰਦੇ 1600 ਦਾ, ਉਹ ਖਾਣ ਤੇ ਉਂਝ ਦਿਲ ਨਹੀਂ ਕਰਦਾ। ਅੱਛਾ ਜਿਹੜੀ ਇੱਥੋਂ ਕਣਕ ਵਢੀਂਦੀ ਉਹ ਸਾਰੀ ਬਾਹਰ ਦੇ ਮੁਲਕਾਂ 'ਚ ਲੈ ਜਾਂਦੇ ਨੇ। ਅੱਛਾ ਇਹ ਹੁਣ ਐਡੀ ਮਹਿੰਗਾਈ ਇਹਨਾਂ ਕਰਤੀ ਕਿ 4000 ਨੂੰ ਕਣਕ ਕਰਤੀ। ਅੱਛਾ ਜਿਹੜਾ ਉਹ ਹੈਗਾ ਖਾਦ ਤੇ ਉਹ ਸਸਤੀ ਕਰਨ ਦੇ ਕਣਕ ਵੀ ਸਸਤੀ ਹੋਵੇ, 2800 ਕਣਕ ਹੋਵੇ, ਕੋਈ 3-4000 ਦੀ ਯੂਰੀਆ ਦੀ ਬੋਰੀ ਦੇਣ ਡਏ ਨੇ 4000 ਦੀ, ਤੇ ਉਹਦੀ ਨਹੀਂ ਤੁਹਾਨੂੰ ਇਸ ਚੀਜ਼ ਦਾ ਇਲਮ ਹੈਗਾ ਕਿ ਇੰਡੀਅਨ ਪੰਜਾਬ ਜਿਹੜਾ ਹੈ ਉੱਥੇ ਬਿਜਲੀ ਜਾਂ ਆਪਣਾ ਜਿਹੜੀ ਖਾਦ ਜਾਂ ਜਿਹੜੀ ਯੂਰੀਆ ਵਗੈਰਾ ਹੈ ਉਹ ਬੜੇ ਹੀ ਮਤਲਬ ਸਬਸਿਡਾਈਜ਼ਡ ਘੱਟ ਰੇਟ ਦੇ ਉੱਤੇ ਦਿੱਤੀ ਜਾਂਦੀ ਹੈ। ਸਾਡੇ ਮੁਲਕ ਦੇ ਵਿੱਚ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈਗਾ, ਕੋਈ ਕਿਸੇ ਨੂੰ ਨਹੀਂ ਪੁੱਛਦਾ ਵੀ ਕਿੰਨੇ ਦੀ ਚੀਜ਼ ਦੇ ਰਹੇ ਜੇ। ਅੱਜ ਹੁਣ ਲੈਣ ਜਾਓ, ਹੁਣ 10 ਦੀ ਹੋਵੇਗੀ, ਸ਼ਾਮ ਨੂੰ ਜਾਓਗੇ 20 ਦੀ ਹੋਵੇਗੀ, ਸੁਬਾਹ ਜਾਓਗੇ ਤੇ 30 ਦੀ ਹੋ ਜਾਏਗੀ। ਹੁਣ ਕੋਈ ਇਹਨਾਂ ਨੂੰ ਪੁੱਛਣ ਨਹੀਂ ਵਾਲਾ। 300 ਨੂੰ ਤੇਲ ਹੋ ਗਿਆ, ਉਹ ਨਹੀਂ ਕਿਸੇ ਪੁੱਛਿਆ। ਜੇ ਆਟਾ 1600 10 ਕਿਲੋ ਦਿੰਦੇ ਰਹੇ, ਉਹ ਨਹੀਂ ਪੁੱਛਿਆ ਕਿਸੇ ਨੇ। ਪੁੱਛਣ ਵਾਲਾ ਹੈ ਹੀ ਨਹੀਂ ਕਿਸੇ ਨੂੰ। ਜੇ ਚੀਨੀ ਤੋਂ 120-30 ਰੁਪਏ ਕਿਲੋ ਵੇਚਣ ਡਏ ਨੇ, ਕੋਈ ਪੁੱਛਦਾ ਨਹੀਂ ਕਿਸੇ ਦੁਕਾਨਦਾਰ ਨੂੰ ਆਪਣਾ। ਅੱਛਾ ਇਹ ਤੁਸੀਂ ਦੱਸੋ ਰਮਜ਼ਾਨ ਸਾਹਿਬ, ਇਹ ਆਟਾ ਤੁਸੀਂ ਬੀਜਦੇ ਹੋ, ਠੀਕ ਹੈ ਨਾ, ਕਣਕ ਬੀਜਦੇ ਹੋ, ਉਹਦੇ ਬਾਅਦ ਕਣਕ ਜਿਹੜੀ ਤੁਸੀਂ ਆਪਣਾ ਕਹਿੰਦੇ ਨੇ ਇਹਨੂੰ ਛੜਾਓਗੇ ਵੀ, ਠੀਕ ਹੈ। ਇਹ ਤੁਸੀਂ ਮੈਨੂੰ ਦੱਸੋ ਕਿ ਆਟੇ ਦਾ 1 ਕਿਲੋ ਜਿਹੜਾ ਹੈ ਉਹ ਕਿੰਨੇ ਦਾ ਮਿਲਣਾ ਚਾਹੀਦਾ ਤੁਹਾਡੇ ਖਿਆਲ ਦੇ ਮੁਤਾਬਕ, ਪੂਰੇ ਮੁਲਕ ਦੇ ਹਿਸਾਬ ਲਾ ਕੇ? 50 ਦਾ ਮਿਲਣਾ ਹਿਸਾਬ ਨਾਲ ਤੇ 50-60 ਦਾ ਮਿਲਣਾ ਚਾਹੀਦਾ, ਤੇ ਹੁਣ 160 ਦਾ ਮਿਲਦਾ ਪਿਆ, ਇਹ ਸਹੀ ਹੈ? ਨਹੀਂ ਸਹੀ ਗਲਤ। ਇਹਦਾ ਕੀ ਮਤਲਬ ਕੀ ਸਮਝ ਆਉਂਦੀ ਤੁਹਾਨੂੰ? ਮਤਲਬ ਇਹ ਹੀ ਹੈ ਜਿਹੜੀ ਬਾਹਰ ਚਲੀ ਜਾਂਦੀ ਗੰਦਮ ਤੇ ਆਟੇ ਦੀ ਕਿੱਲਤ ਆ ਜਾਂਦੀ ਉਦੋਂ ਫਿਰ ਅੱਛਾ ਇੱਥੇ ਪੈਣੀ। ਤੁਸੀਂ ਸਮਝਦੇ ਹੋ ਕਿ ਜਿਹੜੀ ਗੰਦਮ ਹੈ ਇਹ ਪਾਕਿਸਤਾਨ ਦੀ ਜਿਹੜੀ ਤੁਸੀਂ ਬੀਜਦੇ ਹੋ ਕਿਸਾਨ, ਇਹ ਆਪਣਾ ਜਿੰਨੀ ਵੀ ਤੁਸੀਂ ਬੀਜਦੇ ਹੋ ਉਹ ਕਾਫੀ ਹੈ ਪਾਕਿਸਤਾਨ ਦੇ ਵਿੱਚ, ਅਗਰ ਸਹੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਏ, ਕਾਫੀ ਸਹੀ ਤਰੀਕੇ ਨਾਲ ਇਸਤੇਮਾਲ ਹੋਵੇ ਤਾਂ ਕਾਫੀ ਪਾਸੇ ਨਾਲ ਜਾਏ ਤੇ ਵਾਧੂ ਹੈ। ਪੰਜਾਬ ਦੇ ਵਿੱਚ ਵਾਧੂ ਬਾਹਰ ਬਾਹਰ ਲੈ ਜਾਂਦੇ ਨੇ ਸਾਰੀ ਗੰਦਮ ਜਿਹੜੀ ਉਹ ਇਕੱਠੀ ਕਰਕੇ ਗੱਲਿਆਂ 'ਚ ਲਿਜਾਂਦੇ ਆ, ਗੱਲਿਆਂ 'ਚ ਬਾਹਰ ਚਲੀ ਜਾਂਦੀ ਇੱਕ ਢਿੱਲ ਭਰ ਭਰ ਜਮਾ ਕਰ ਲੈਂਦੇ। ਉਹ ਇੱਥੇ ਹੱਦਬੰਦੀ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਬਾਹਰ ਦੇ ਮੁਲਕਾਂ ਜਿਹੜਾ ਆਪਣਾ ਜਿਹੜਾ ਨਾ ਨਾ ਜੇ ਬਾਹਰ ਨਹੀਂ ਜਾਣਾ ਚਾਹੀਦਾ। ਆਪਣੀ ਜਿਹੜੀ ਹੈਗੀ ਨਾ ਕਣਕ ਬਾਹਰ ਨਹੀਂ ਜਾਣੀ ਚਾਹੀਦੀ। ਬਾਹਰ ਟਰੇਲੇ ਬਾਹਰ ਲੈ ਜਾਂਦੇ, ਇੱਥੇ ਮਹਿੰਗਾਈ ਕਰ ਦਿੰਦੇ ਨੇ, ਫਿਰ ਇੱਥੇ ਗੰਦਾ ਆਟਾ ਵੇਚਦੇ ਨੇ। ਤੇ ਹੋਰ ਆਟਾ ਖਾਣ ਤੇ ਦਿਲ ਨਹੀਂ ਕਰਦਾ। 1600 ਦਾ 10 ਕਿਲੋ ਆਟਾ ਦੇਣ ਦਾ ਤੇ ਉਂਝ ਨਹੀਂ ਲੰਘਦਾ। ਇਹਨੇ ਜਿਹੜੇ ਮਸਲੇ ਬਣੇ ਨੇ, ਐਡੀ ਮਹਿੰਗਾਈ ਇਹਨਾਂ ਕੀਤੀ ਹੈ। ਮਹਿੰਗਾਈ ਨੂੰ ਤਾਂ ਕੋਈ ਪੁੱਛਦਾ ਹੀ ਨਾ ਪਾਕਿਸਤਾਨ ਦੇ ਵਿੱਚ। ਤੇ ਉਹ ਜਿਹੜਾ ਪਹਿਲਾਂ 200 ਦਾ ਕਿਲੋ ਮਿਲਦਾ ਸੀ ਉਹ 600 ਰੁਪਏ ਦਾ ਮਿਲਣ ਡਿਆ ਹੈ ਕਿਲੋ, ਤੇ ਉਹ ਗਰੀਬ ਆਦਮੀ ਮਰਨ ਗੰਦ ਨਾ ਹੋਰ। ਅੱਛਾ ਕੋਈ ਇਹੋ ਜਿਹਾ ਤਰੀਕਾ ਦੱਸੋ ਕਿ ਜਿੰਦੇ ਨਾਲ ਸਾਡੀ ਪਰ ਏਕੜ ਪੈਦਾਵਾਰ ਜਿਹੜੀ ਹੈ ਉਹ ਵੀ ਵੱਧ ਜਾਵੇ ਤੇ ਮੁਲਕ ਖੁਸ਼ਹਾਲ ਹੋ ਜਾਵੇ। ਜਿਸ ਤਰ੍ਹਾਂ ਕੋਈ ਅਗਰ ਇਹ ਜਿਹੜੇ ਕਿਸਾਨ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ, ਜਿਹੜੀਆਂ ਖਾਲੀ ਬੰਜਰ ਪਈਆਂ ਨੇ ਉਹ ਦਿੱਤੀਆਂ ਜਾਣ, ਬਾਤ ਕੀਤਾ ਜਾਵੇ ਤੇ ਇਹਦੇ ਨਾਲ ਕੋਈ ਫਰਕ ਪੈ ਸਕਦਾ? ਉਹਦੇ ਨਾਲ ਫਰਕ ਇਹ ਪੈ ਸਕਦਾ ਕਿ ਉਹਦੇ ਤੇ ਖਰਚਾ, ਉਹ ਜਿਹੜੀਆਂ ਬੰਜਰ ਜ਼ਮੀਨਾਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਖਰਚਾ ਫਿਰ ਜਦੋਂ ਗਰੀਬ ਆਦਮੀ ਨਹੀਂ ਕਰ ਸਕਦਾ ਖਰਚਾ, ਜਦੋਂ ਉਹਨੂੰ ਮੁਫਤ ਕੋਈ 10 ਸਾਲ ਭੋਗਣਾ ਤੇ ਫਿਰ ਉਹ ਖਰਚਾ ਕਰੇਗਾ। ਉਹੀ ਇਸੇ ਤਰ੍ਹਾਂ ਜਿਹੜੀਆਂ ਬੰਜਰ ਪਈਆਂ ਨੇ ਉਹਨਾਂ ਨੂੰ ਕੋਈ 10 ਸਾਲ ਉਹਨਾਂ ਤੋਂ ਖਰਚਾ ਨਾ ਲੈਣਗੇ ਤੇ ਉਹ ਉਸ ਤਰ੍ਹਾਂ ਤੇ ਮਰ ਜਾਏਗਾ। ਉਹਦੇ 300 ਰੁਪਏ ਲੀਟਰ ਉਹ ਡੀਜ਼ਲ ਬਾਲਿਆ ਤੇ ਉਹਦੇ ਤਾਂ ਪੱਲੇ ਕੁਝ ਨਹੀਂ ਪੈਣਾ। ਅੱਛਾ ਮਤਲਬ ਜ਼ਮੀਨ ਜਿਹੜੀ ਆਬਾਦ ਕਰਨਾ ਮੁਸ਼ਕਲ ਕੰਮ ਹੋਇਆ, ਬਹੁਤ ਮੁਸ਼ਕਲ ਹੋ ਗਿਆ। ਜੇ ਡੀਜ਼ਲ ਮਹਿੰਗਾ ਤੇ ਮੁਸ਼ਕਲ ਹੀ ਹੋ ਗਿਆ। ਖਾਦ ਮਹਿੰਗੀ ਹੈ, ਡੀਜ਼ਲ ਮਹਿੰਗਾ ਹੈ, ਇਹਨਾਂ ਚੀਜ਼ਾਂ ਨਾਲ ਜ਼ਮੀਨ ਬਾਦ ਹੋ ਗਈ। ਖਾਦ ਸਸਤੀ ਹੋਵੇ, ਡੀਏਪੀ ਸਸਤਾ ਹੋਵੇ, ਅੱਛਾ ਯੂਰੀਆ ਸਸਤਾ ਹੋਵੇ, ਜ਼ਿਮੀਦਾਰ ਖੁਸ਼ਹਾਲ ਹੋਵੇ। ਜਿਹੜੀ ਜਿਹਨਾਂ ਹੁਣ 4000 ਨੂੰ ਵਿਕਣ ਡਈ ਹੈ, ਇਹ 2000 ਨੂੰ ਵਿਕੇ ਤੇ 1800 ਨੂੰ ਵਿਕੇ ਕਣਕ ਜਿਹੜੀ ਹੈ, ਤੇ ਉਹ ਫਾਇਦਾ ਸਾਨੂੰ। ਅੱਛਾ ਅਸੀਂ ਹੁਣ ਸਾਲ ਭਰ ਵਿੱਚ ਕਿੰਨੀਆਂ ਫਸਲਾਂ ਲੈਂਦੇ? ਫਸਲਾਂ ਦੋ ਹੀ ਹੁੰਦੀਆਂ, ਦੋ ਬਸ। ਇੱਕ ਝੋਨਾ ਹੋ ਗਿਆ ਤੇ ਇੱਕ ਕਣਕ। ਝੋਨਾ ਹੋ ਗਿਆ ਤੇ ਕਣਕ ਹੋ ਗਈ। ਅੱਛਾ ਇਹਦੇ ਤੋਂ ਜ਼ਿਆਦਾ ਵੀ ਲਈ ਜਾ ਸਕਦੀ? ਨਹੀਂ ਲਈ ਜਾਂਦੀ, ਉਹ ਪਾਣੀ ਕੋ ਨਹੀਂ ਹੈਗੇ ਪਿੱਛੋਂ ਜਿਹੜੇ ਖਾਲ ਦੇ ਪਾਣੀ ਹੈ ਨਾ ਉਹ ਕੋਈ ਨਹੀਂ ਘਾਟ ਨੇ ਬੜੇ। ਅੱਛਾ ਤੇ ਪਾਣੀ ਅਗਰ ਪੂਰੇ ਹੋ ਜਾਣ? ਪਾਣੀ ਪੂਰੇ 1 ਕਿੱਲੇ ਨੂੰ 15 ਮਿੰਟ 14 ਮਿੰਟ ਨਾਲ ਪਾਣੀ ਦਿੱਤਾ। ਅੱਛਾ ਉਹਨੂੰ 1 ਕਿੱਲੇ ਨੂੰ ਘੰਟਾ ਪਾਣੀ ਕਰਨ ਤੇ ਆਪੇ ਉਹ ਫਸਲ ਜ਼ਿਆਦੀ ਹੋਵੇ, ਫਸਲ ਜ਼ਿਆਦਾ ਹੋ ਜਾਏ। ਜੇ ਕੋਈ ਝੋਨਾ ਬੀਜ ਲੈਂਦਾ ਤੇ ਉਹ ਪਾਣੀ ਨਹੀਂ ਪੂਰਾ ਖੜਦਾ। ਅੱਛਾ ਤੇ ਜੇ ਆ ਕਣਕ ਦੇ ਨੂੰ ਨਹੀਂ ਪੂਰਾ ਖੜਦਾ, ਉਹ ਜੇ ਸੋਕੇ ਨਾਲ ਮਰ ਜਾਂਦੀ। ਪਾਣੀ ਅੱਛਾ ਇਹ ਡਬਲ ਹੋ ਸਕਦੀ ਜੇ ਪਾਣੀ ਸ਼ਾਨੀ ਦਾ ਮਾਮਲਾ ਹੱਲ ਹੋ ਸਕਦੀ ਹੈ। ਖਾਲ ਦਾ ਪਾਣੀ 1 ਕਿੱਲੇ ਦਾ ਘੰਟਾ ਹੋ ਜੇ ਤੇ ਉਹ ਡਬਲ ਹੋ ਜਾਂਦੀ। ਅੱਛਾ ਇਹ ਹੁਣ 14-15 ਮਿੰਟ ਪਾਣੀ ਹੈ, 14-15 ਮਿੰਟ ਦਾ ਜਿਹੜੇ ਮੂੰਹ 'ਚ ਆਉਂਦਾ ਅਗਲੇ ਦੀ ਵਾਰੀ ਆ ਜਾਂਦੀ। ਅੱਛਾ ਅਗਲੇ ਦੀ ਵਾਰੀ ਆਈ ਫਿਰ ਅਗਲੇ ਪਾਸੇ ਚਲਾ ਜਾਂਦਾ। ਤੇ ਹੋਰ ਪਾਣੀ ਬਿਲਕੁਲ ਥੋੜਾ। ਅੱਛਾ ਪਾਣੀ ਬਹੁਤ ਕਮ ਹੈ। ਪਾਣੀ ਜਿਹੜਾ ਜ਼ਿਮੀਂਦਾਰ ਹੈ ਪਾਣੀ ਦੇ ਸਿਰ ਤੇ ਹੁੰਦਾ ਕਿ ਪਾਣੀ ਜ਼ਿਆਦਾ ਹੋਵੇਗਾ ਫਸਲ ਜ਼ਿਆਦੀ ਹੋਵੇਗੀ। ਅੱਛਾ ਨਾਰੀ ਪਾਣੀ ਟੂਲਾਂ ਦਾ ਪਾਓਗੇ, ਟੂਲਾਂ ਦਾ ਪਾਣੀ ਇੱਥੇ ਕੌੜਾ। ਅੱਛਾ ਉਹ ਜਦੋਂ ਅਸੀਂ ਪਾਉਣੇ ਆ ਤੇ ਉਹ ਜ਼ਮੀਨ ਸੈੱਟ ਹੋ ਜਾਂਦੀ, ਉਹ ਪੋਲੀ ਨਹੀਂ ਹੁੰਦੀ, ਫਸਲ ਜਿਹੜੀ ਸੜ ਜਾਂਦੀ, ਸਖਤ ਹੋ ਜਾਂਦੀ, ਸਖਤ ਹੋ ਜਾਂਦੀ, ਸੀਮਟ ਆ ਜਾਂਦਾ ਵਿੱਚ। ਮੈਨੂੰ ਲੱਗਦਾ ਰੇਤ ਤੇ ਉਹ ਆਪਣਾ ਜਿਹੜਾ ਨਾ ਪਾਣੀ ਜਿਹੜਾ ਨਾ ਕੌੜਾ ਹੈ। ਅੱਛਾ
ਜ਼ਮੀਨ ਦਾ ਪਾਣੀ ਕੌੜਾ ਹੈ। ਅੱਛਾ ਜ਼ਮੀਨ ਵੀ ਏਡੀ ਨਹੀਂ ਪਾਇਦਾਰ ਹੈਗੀ, ਇਹਦੇ ਖਾਲ ਦਾ ਪਾਣੀ ਪਵੇ, ਖਾਲ ਦਾ ਪਾਣੀ ਫਸਲ ਪਵੇ। ਨੂੰ ਨੁਕਸਾਨ ਦਿੰਦਾ ਪਾਣੀ। ਪਾਣੀ ਨੁਕਸਾਨ ਤੇ ਯਾਰ ਇਹ ਤੁਹਾਨੂੰ ਚਾਹੀਦਾ ਨਹਿਰੀ ਪਾਣੀ। ਨਹਿਰੀ ਪਾਣੀ ਕੀ ਕਿਉਂ ਜ਼ਿਆਦਾ ਨਹੀਂ ਹੈਗਾ, ਪਿੱਛੇ ਘੱਟ ਹੈ, ਕੀ ਵਜ੍ਹਾ? ਪਿੱਛੇ ਉਹਨਾਂ ਹੈ ਕਿ ਜਿਹੜਾ ਬੰਦਾ ਜਰਾ ਤਗੜਾ ਹੈ ਨਾ, ਉਹਨੇ ਮਸਾਲੇ ਉਹਦੇ ਕੋਲ 2 ਕਿੱਲੇ ਨਾ ਤੇ ਉਹਨੇ ਪੈਸੇ ਦੇ ਕੇ ਤੇ 6 ਘੰਟੇ ਕਰ ਲਿਆ। ਅੱਛਾ ਅੱਛਾ। ਜਿਨ੍ਹਾਂ ਦੀ ਪੂਰੀ ਹੁਣ 8 ਕਿੱਲੇ 10 ਕਿੱਲੇ ਪੈਲੀ ਉਹਨਾਂ ਨੂੰ ਦਿੱਤਾ, ਤਾਂ ਉਹਨਾਂ 1.5 ਕਿੱਲਾ ਪਾਣੀ ਪੂਰਾ ਹੀ ਨਹੀਂ ਹੈਗਾ ਉਹਨਾਂ ਉਹਨਾਂ ਕੋਲ ਪੂਰਾ ਹੀ ਨਹੀਂ ਹੈਗਾ। ਅੱਛਾ, ਮਾੜਾ ਕਿਸਾਨ ਜਿਹੜਾ ਹੈਗਾ ਉਹਦੇ ਵਾਸਤੇ ਉਹਦੇ ਵਾਸਤੇ ਮੁਸੀਬਤ ਹੈ। ਹੈ, ਜਿਹੜੇ ਪੈਸੇ ਦੇ ਕੇ ਵੀ ਜੋ ਆਪਣਾ ਪੂਰਾ ਪਾਣੀ ਨਹੀਂ ਮਿਲਦਾ ਉਹਨੂੰ। ਜਿਹੜੇ ਤਗੜੇ ਨੇ ਉਹਨਾਂ ਹੁਣ ਜਿਹਦੇ ਕੋਲ 4 ਕਿੱਲੇ ਨੇ ਉਹਨੇ 8-8 6-6 ਘੰਟੇ ਪਾਣੀ ਬਣਾ ਲਿਆ। ਤੇ ਜਿਹੜਾ ਮਾੜਾ ਹੈ ਉਹਨੂੰ ਉਹਨਾਂ ਪਾਣੀ ਉਸ ਹਿਸਾਬ ਨਾਲ 14 ਮਿੰਟ ਕਿੱਲੇ ਦਾ ਹੋਇਆ। ਅੱਛਾ ਤੇ 14 ਮਿੰਟ ਕਿੱਲੇ ਦਾ ਕੀ ਕਰੇਗਾ ਪਾਣੀ? ਅੱਛਾ ਅੱਛਾ। 14 ਮਿੰਟਾਂ ਨਾਲ ਤੇ ਨਹੀਂ ਨਾ ਕਿੱਲਾ। ਪੈਦਾਵਾਰ ਤੇ ਫਿਰ ਘੱਟ ਹੀ ਹੋਏਗੀ ਨਾ। ਪੈਦਾਵਾਰ ਘੱਟ ਹੀ ਹੋਈ ਕਿ ਅੱਛਾ, ਸਭ ਤੋਂ ਅਹਿਮ ਜਿਹੜੀ ਚੀਜ਼ ਹੈ ਪਾਣੀ ਦੀ, ਇਹ ਖਾਦ ਨਾਲੋਂ ਵੀ ਅਹਿਮ ਹੈ। ਅਹਿਮ ਹੈ। ਖਾਦ ਨਾਲੋਂ ਵੀ ਔਰ ਯੂਰੀਏ। ਅੱਛਾ ਜੀ, ਇਕੱਲਾ ਖਾਦ ਨਹਿਰ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਏ ਤੇ ਪੈਦਾਵਾਰ ਡਬਲ ਹੋ ਸਕਦੀ ਹੈ? ਹੋ ਜਾਂਦੀ। ਅੱਛਾ, ਹੋ ਜਾਂਦੀ ਵੀ ਨਾਲ ਪਾਵੇ। ਉਹਦੇ ਵਿੱਚ ਡੀਏਪੀ ਜਿਹੜਾ ਨਾ ਉਹਦੀ ਘੱਟ ਹੋਣਾ ਚਾਹੀਦਾ, ਸਸਤਾ ਹੋਣਾ ਚਾਹੀਦਾ। ਯੂਰੀਆ ਵੀ ਸਸਤਾ ਹੋਣਾ ਚਾਹੀਦਾ, ਡੀਏਪੀ ਵੀ ਸਸਤਾ ਹੋਣਾ ਚਾਹੀਦਾ। ਕੰਮ ਖਲੀ ਰਹਿੰਦੇ। ਖਾਲਾਂ ਦਾ ਪਾਣੀ ਵੀ ਇੱਧਰ ਥੋੜਾ, ਬਿਲਕੁਲ ਥੋੜਾ। ਖਾਲੇ ਦਾ ਪਾਣੀ ਵੀ ਥੋੜਾ। ਹਾਂ, ਨਹਿਰੀ ਜਿਹੜਾ ਪਾਣੀ ਥੋੜਾ। ਅੱਛਾ ਅੱਛਾ, ਤੁਸੀਂ ਆਖਿਆ ਕਿ ਜਨਾਬ ਜਿੰਨੀ ਕੋ ਅਸੀਂ ਕਣਕ ਬੀਜਨੇ ਪਏ ਆ, ਇਹ ਜ਼ਿਆਦਾ ਤੋਂ ਜ਼ਿਆਦਾ ਵੀ ਮਹਿੰਗੀ ਹੋਵੇ ਤਾਂ 60 ਕਿਲੋ ਹੋਣੀ ਚਾਹੀਦੀ। ਠੀਕ ਹੈ, ਇਸ ਦੌਰ ਦੇ ਵਿੱਚ 50-60 ਰੁਪਏ ਕਿਲੋ ਹੋਣੀ ਚਾਹੀਦੀ। ਮਤਲਬ ਆਟਾ ਬਣ ਕੇ ਤੁਹਾਡੇ ਕੋਲ ਕਿਲੋ ਆ ਸਕਦਾ ਹੈ। ਇਹ ਬਦਨੀਤੀ ਹੈ ਫਿਰ ਇਹਨਾਂ ਦੀ। ਇਹਨਾਂ ਦੀ ਬਹੁਤ ਬਦਨੀਤੀ ਹੈ। ਜਿਹੜਾ ਇਧਰੋਂ ਸਾਰਾ ਗੱਲੇ 'ਚ ਘਲਦੇ ਨੇ ਉਧਰ ਮਾਲ, ਤੇ ਉਹ ਬਾਹਰ ਦੇ ਮੁਲਕਾਂ ਨੂੰ ਦੇ ਦਿੰਦੇ, ਪੈਸਾ ਧੇਲਾ ਲੈ ਕੇ ਉਹ ਰਲ ਮਿਲ ਕੇ। ਇਧਰ ਫਿਰ ਸਾਡੀ ਦੁਨੀਆ ਜਿਹੜੀ ਭੁੱਖੇ ਮਾਰਦੇ ਫਿਰ ਗਰੀਬ ਆਦਮੀ ਆ, ਜਦੋਂ ਹੁਣ ਆਟਾ ਵੰਡਦੇ ਨੇ ਸ਼ਬਾਸ਼ ਵੀ ਨਹੀਂ, ਉੱਥੇ ਦੁਨੀਆ ਵੀ ਮਰ ਜਾਂਦੀ ਤੇ 10-10 ਕਿਲੋ ਦਾ ਆਟਾ ਦੇਣ ਡਏ ਨੇ। ਹਾਂ, ਦੁਨੀਆ ਵੀ ਮਰ ਜਾਂਦੀ, ਉਹ ਵੀ ਖਾਣ ਦੇ ਉੱਥੇ ਕਈ ਬੰਦੇ ਮਰ ਜਾਂਦੇ ਨੇ। ਉਹ 10 ਕਿਲੋ ਜਿਹਨੇ ਲੈਣਾ ਹੈ, ਉਹ ਕੋਈ ਕਿੰਨੇ ਤੋੜਾ ਵਜੇ ਤੇ ਉਹਨੇ ਮਰ ਜਾਂਦਾ। ਉਹਦੇ ਨਾਲ ਫਿਰ ਭੁੱਖੇ ਹੀ मर रहे हैं गरीब। के मार दिए। हाँ, ये नाज़रीन आपने गुफ्तगू सुनी, मसाइल इतने ज़्यादा नहीं हैं, लेकिन नीयत जो है वो साफ़ करने की, रखने की ज़रूरत है। जो हमारे अरबाब इख्तियार हैं उनको समझने की ज़रूरत है और कंट्रोल की ज़रूरत है। ये जो हमारा गला जो है, इतना हमारी ज़मीनें जो है बंजर नहीं है, सोना उगलती हैं नाज़रीन, लेकिन ये सोना जो है बेकार उस वक्त हो जाता है जब ये इस मुल्क के वासी जो हैं, इसका जो किसान है वो इसके फल से महरूम रह जाता है। नाज़रीन, इसी मुल्क से गंदम उगती है और ये वो इलाका है जहाँ जिसको हम अपना बास्केट कहते हैं ये फूड आइटम्स की, ठीक है। लेकिन आज यहाँ पर जो मामला जो है हाथ से निकल चुका हुआ है। आटे की किल्लत होती है, लोग जो हैं लाइनों में लग के आटा लेते हैं और अपनी जान तक गंवा बैठते हैं। आखिर ये मामलात किस तरह सही होंगे? तमाम चीज़ें जो हैं हमारे साथ, ये जो किसान भाई हैं इन्होंने हमें बताई, तो उनका यही कहना है कि पानी जो है, नहरी पानी जो है वो अगर मिले सही मिकदार में तो ये जो पैदावार है वो भी डबल हो सकती है, आटे की जो कीमतें हैं वो भी कम हो सकती हैं। और दूसरा जो अहम इन्होंने नुक्ता उठाया वो ये है कि आटा जो है उसकी स्मगलिंग, उसकी गंदम की स्मगलिंग जो है वो रोकी जाए। तो कोई मतलब वजह नहीं है कि पाकिस्तान के अंदर आटा जो है 60 रुपये से तजावज़ कर जाए पर किलो। तो यूँ नाजरीन यहाँ पे हमने बातचीत की। उम्मीद है कि आपको हमारा ये जो वीलॉग है ये पसंद आया होगा। इसी के साथ मैं आपसे इजाज़त चाहूँगा। अल्लाह।